ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਲੈ ਕੇ ਟੋਰਾਂਟੋ ਤੋਂ ਮੈਂ ਜਸਟੀਨ ਕੌਰ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਫੈਡਰਲ ਲਿਬਰਲ ਕੈਬਨਿਟ ਦਾ ਵਿਸਥਾਰ ਕੀਤਾ ਅਤੇ 29ਵੀਂ ਫੈਡਰਲ ਕੈਬਨਿਟ ਦੇ ਵਿੱਚ ਜੈਂਡਰ ਬੈਲੈਂਸ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਵਾਰ ਦੀ ਕੈਬਨਿਟ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ। 29ਵੀਂ ਫੈਡਰਲ ਲਿਬਰਲ ਕੈਬਨਿਟ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 3 ਸਾਊਥ ਏਸ਼ੀਅਨਸ ਨੂੰ ਮਿਨਿਸਟਰੀ ਦਾ ਅਹੁਦਾ ਵੀ ਸੌਂਪਿਆ ਹੈ। 29ਵੀਂ ਫੈਡਰਲ ਕੈਬਨਿਟ ਰਾਹੀਂ ਕੈਨੇਡਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਫੈਡਰਲ ਆਫਿਸ ਦੇ ਵਿੱਚ ਔਰਤਾਂ ਦੀ ਗਿਣਤੀ ਵੱਧਦੀ ਨਜ਼ਰ ਆਈ ਹੈ। ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ 102 ਔਰਤਾਂ ਨੇ ਆਪਣੀ ਰਾਈਡਿੰਗਸ ਦੇ ਵਿੱਚ ਜਿੱਤ ਹਾਸਲ ਕੀਤੀ, ਯਾਨੀ ਕਿ ਹਾਊਸ ਆਫ ਕਾਮਨਸ ਦੀਆਂ 30% ਸੀਟਾਂ ਉੱਤੇ ਔਰਤਾਂ ਲੀਡ ਕਰਨਗੀਆਂ ਤੇ ਇਸੇ ਦੇ ਚੱਲਦਿਆਂ ਕਈਆਂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਨਾਲ ਵੱਡੇ ਪੋਰਟਫੋਲੀਓਜ਼ ਸੌਂਪੇ ਗਏ ਹਨ। ਫੈਡਰਲ ਲਿਬਰਲ ਸਰਕਾਰ ਦੀ ਨਵੀਂ ਕੈਬਨਿਟ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਡੈਪੂਟੀ ਪ੍ਰਾਈਮ ਮਿਨਿਸਟਰ ਅਤੇ ਕੈਨੇਡਾ ਦੀ ਫਾਈਨਾਂਸ ਮਿਨਿਸਟਰ ਵਜੋਂ ਹੀ ਸੇਵਾਵਾਂ ਨਿਭਾਉਣਗੇ। ਇਸ ਦੇ ਨਾਲ ਹੀ ਕੈਨੇਡਾ ਦੀ ਸਾਬਕਾ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਆਨੰਦ ਨੂੰ ਡਿਫੈਂਸ ਮਿਨਿਸਟਰੀ ਸੌਂਪੀ ਗਈ ਹੈ। ਅਨੀਤਾ ਆਨੰਦ ਕੈਨੇਡਾ ਦੇ ਵਿੱਚ ਪਹਿਲੀ ਸਾਊਥ ਏਸ਼ੀਅਨ ਅਤੇ ਦੂਜੀ ਕੈਨੇਡੀਅਨ ਮਹਿਲਾ ਹਨ ਜਿਸ ਨੂੰ ਡਿਫੈਂਸ ਮਿਨਿਸਟਰੀ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਤੋਂ ਪਹਿਲਾਂ 1990 ਦੌਰਾਨ ਕਿਮ ਕੈਂਪਬੈਲ ਇਸ ਅਹੁਦੇ ਤੇ ਸਨ। ਕਾਬਲੇ ਗੌਰ ਹੈ ਕਿ ਕੈਨੇਡੀਅਨ ਆਰਮਡ ਫੋਰਸਿਸ ਦੇ ਵਿੱਚ ਸੈਕਸ਼ੂਅਲ ਮਿਸਕੰਡਕਟ ਕ੍ਰਾਈਸਿਸ ਦੇ ਚੱਲਦਿਆਂ ਹਰਜੀਤ ਸੱਜਣ ਨੂੰ ਡਿਫੈਂਸ ਮਿਨਿਸਟਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਤੇ ਕਈ ਹਾਈ ਰੈਂਕਿੰਗ ਮਿਲਟਰੀ ਅਧਿਕਾਰੀਆਂ ਨੂੰ ਸੈਕਸ਼ੂਅਲ ਐਲੀਗੇਸ਼ਨਸ ਦੇ ਚੱਲਦਿਆਂ ਉਹਨਾਂ ਦੀਆਂ ਨੌਕਰੀਆਂ ਤੋਂ ਵੀ ਨਿਕਾਲ ਦਿੱਤਾ ਗਿਆ ਹੈ ਤੇ ਹੁਣ ਇਹ ਵੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ ਕਿ ਅਨੀਤਾ ਆਨੰਦ ਨੂੰ ਸੈਕਸ਼ੂਅਲ ਮਿਸਕੰਡਕਟ ਕ੍ਰਾਈਸਿਸ ਦੇ ਕਾਰਨ ਫੌਜ ਦੇ ਵਿੱਚ ਤੋੜੇ ਗਏ ਭਰੋਸੇ ਨੂੰ ਦੁਬਾਰਾ ਬਣਾਉਣਾ ਹੋਵੇਗਾ। ਡਿਫੈਂਸ ਮਿਨਿਸਟਰੀ ਦੇ ਵਿੱਚ ਸੈਕਸ਼ੂਅਲ ਐਲੀਗੇਸ਼ਨ ਕ੍ਰਾਈਸਿਸ ਦੇ ਚੱਲਦਿਆਂ ਹਰਜੀਤ ਸੱਜਣ ਨੂੰ ਡਿਫੈਂਸ ਮਿਨਿਸਟਰੀ ਦੇ ਅਹੁਦੇ ਤੋਂ ਹਟਾ ਕੇ Minister of International Development and Minister responsible for Pacific Economic Development Canada ਨਿਯੁਕਤ ਕੀਤਾ ਗਿਆ ਹੈ। ਇਸ ਵਾਰ ਦੀ ਕੈਬਨਿਟ ਦੇ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਹਨ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਰਾ ਮਿਨਿਸਟਰ ਆਫ ਸੀਨੀਅਰਸ ਨਿਯੁਕਤ ਹੋਏ ਨੇ। ਜ਼ਿਕਰਯੋਗ ਹੈ ਕਿ ਸਾਬਕਾ ਸੀਨੀਅਰ ਮਿਨਿਸਟਰ ਡੈਬ ਸ਼ੁਲਟ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਨਹੀਂ ਕਰ ਸਕੇ ਹਨ। ਇਸ ਤੋਂ ਇਲਾਵਾ ਸਾਬਕਾ ਬ੍ਰਾਡਕਾਸਟਰ ਤੇ ਟੋਰਾਂਟੋ ਮੈਂਬਰ ਪਾਰਲੀਮੈਂਟ ਮਾਰਸੀ ਐਨ ਨਵੀਂ ਮਿਨਿਸਟਰ ਫਾਰ ਵਿਮਨ ਜੈਂਡਰ ਇਕੁਐਲਿਟੀ ਐਂਡ ਯੂਥ ਬਣੇ ਹਨ। ਮੈਲਨੀ ਜੋਲੀ ਨੂੰ ਵੱਡੀ ਪ੍ਰਮੋਸ਼ਨ ਦਿੱਤੀ ਗਈ ਹੈ ਜਿਸ ਨਾਲ ਉਹਨਾਂ ਨੂੰ ਮਿਨਿਸਟਰ ਆਫ ਇਕਨੋਮਿਕ ਡਿਵੈਲਪਮੈਂਟ ਐਂਡ ਆਫੀਸ਼ੀਅਲ ਲੈਂਗੁਏਜਸ ਤੋਂ ਹਟਾ ਕੇ ਫੋਰਨ ਅਫੇਅਰਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਫੋਰਨ ਅਫੇਅਰਸ ਮੰਤਰਾਲਾ ਪਹਿਲਾਂ ਮਾਰਕ ਗਾਰਡਨਿਓ ਦੇ ਕੋਲ ਸੀ ਜੋ ਹੁਣ ਕੈਬਨਿਟ ਦੇ ਵਿੱਚ ਸ਼ਾਮਿਲ ਨਹੀਂ ਕੀਤੇ ਗਏ ਹਨ। ਪੈਟੀ ਹਾਈਡੂ ਜੋ ਕਿ ਪਹਿਲਾਂ ਹੈਲਥ ਮਿਨਿਸਟਰੀ ਸੰਭਾਲ ਰਹੇ ਸਨ, ਉਹਨਾਂ ਨੂੰ ਮਿਨਿਸਟਰ ਆਫ ਇੰਡੀਜਨਸ ਸਰਵਿਸਿਜ਼ ਐਂਡ ਮਿਨਿਸਟਰ ਰਿਸਪੌਂਸਿਬਲ ਫਾਰ ਦ ਫੈਡਰਲ ਇਕਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਨਾਰਦਰਨ ਓਨਟਾਰੀਓ ਨਿਯੁਕਤ ਹੋਏ ਹਨ। ਕਈ ਸਾਲਾਂ ਤੱਕ ਇੰਡੀਜਨਸ ਫਾਈਲਸ ਦੇਖਣ ਤੋਂ ਬਾਅਦ ਕੈਰੋਲਿਨ ਬੈਨਟ ਨੂੰ ਮਿਨਿਸਟਰ ਆਫ ਮੈਂਟਲ ਹੈਲਥ ਐਂਡ ਐਡਿਕਸ਼ਨਸ ਅਤੇ ਐਸੋਸੀਏਟ ਮਿਨਿਸਟਰ ਆਫ ਹੈਲਥ ਦਾ ਅਹੁਦਾ ਸੌਂਪਿਆ ਗਿਆ ਹੈ। ਪਾਸਕਲ ਸੈਂਟ ਓਂਗ ਨੂੰ ਮਿਨਿਸਟਰ ਆਫ ਸਪੋਰਟ ਐਂਡ ਮਿਨਿਸਟਰ ਰਿਸਪੌਂਸਿਬਲ ਫਾਰ ਕੈਨੇਡਾ ਇਕਨੋਮਿਕ ਡਿਵੈਲਪਮੈਂਟ ਫਾਰ ਕਿਊਬੈਕ ਰੀਜਨਸ ਨਿਯੁਕਤ ਕੀਤਾ ਗਿਆ ਹੈ। We know that part of having people's backs is making sure our economy keeps growing. We've had good numbers already. We committed to 1 million new jobs back in the last throne speech over a year ago. We've delivered on that. We're now recovered 100% of the jobs we lost during this pandemic. The US has only recovered about 3/4 of the jobs lost during the pandemic. But we know there's more to do. From tackling the housing crisis, making sure that affordability remains top of mind for everyone working to serve Canadians, and continuing to move forward on historic childcare agreements to bring families $10 a day childcare right across the country. We still have work to do in New Brunswick, Alberta and Ontario, as well as Northwest Territories and Nunavut, but I know we're going to get it done because families deserve that support. The same focus and urgency we brought to the fight against COVID, we have to bring to the other enormous crisis Canada and the world is facing, that is climate change. We know that fighting against climate change and preventing biodiversity loss are key for Canadians and for people around the world. That's what we're going to continue doing here at home while we head to Glasgow and encourage and challenge the world to do even more, go even faster, as Canada has.
faut s'assurer que l'industrie We need to pétrolière make When it comes to the cabinet shuffle, we know that there are serious problems in the Canadian military, and we want to see results. For 6 years, this Liberal government and Justin Trudeau have been sitting on the Deschamps report, which said very clearly there needs to be an independent process for women to bring forward serious concerns. That has not happened in 6 years. The climate of violence against women, sexual harassment continues, and sexual misconduct continues. Women are being told very clearly, even if you raise a concern, even if it makes it to the highest office, nothing is done. That sends a very chilling message to women, not just in the military, but across Canada. That has to end. They have to fix that problem. Again, with Indigenous, with the Indigenous ministries, we have seen this government fail when it comes to clean drinking water, stopping fighting Indigenous kids in court. They need to change that approach. That's the biggest concern. And we want to see actions on really solving these problems, delivering real justice. And that's what we're looking for. ਸੋ NRI ਵਰਲਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਸਾਡੀ ਇਹ ਖਾਸ ਪੇਸ਼ਕਸ਼ ਇਸ ਤਰ੍ਹਾਂ ਜਾਰੀ ਰਹੇਗੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ NRI ਵਰਲਡ ਦੇ ਵਿੱਚ। ਬੀਤੇ ਦਿਨੀ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਫਸੇ ਹਾਈਕਰ ਨੂੰ ਬਚਾਉਣ ਲਈ ਕੁਝ ਸਿੱਖ ਨੌਜਵਾਨਾਂ ਨੇ ਆਪਣੀਆਂ ਪਗੜੀਆਂ ਅਤੇ ਕੱਪੜਿਆਂ ਦਾ ਇਸਤੇਮਾਲ ਕੀਤਾ ਸੀ ਤੇ ਐਸੇ ਬਹਾਦਰੀ ਨੂੰ ਵੇਖਦਿਆਂ ਕੈਨੇਡਾ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਰਿਜ ਮੈਡੋਜ਼ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਸਿੱਖ ਨੌਜਵਾਨਾਂ ਨੇ ਨਾ ਸਿਰਫ ਆਪਣੀ ਜਾਨ ਦਾਅ ਤੇ ਲਾ ਕੇ ਇੱਕ ਅਣਜਾਣ ਸ਼ਖਸ ਦੀ ਜਾਨ ਬਚਾਈ, ਬਲਕਿ ਸਿੱਖ ਧਰਮ ਦੇ ਵਿੱਚ ਬੇਹੱਦ ਸਤਿਕਾਰਤ ਦਸਤਾਰਾਂ ਨੂੰ ਜੋੜ ਕੇ ਰੱਸੀ ਬਣਾਉਣ ਦੇ ਵਿੱਚ ਦੇਰੀ ਨਹੀਂ ਕੀਤੀ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਅਫਸਰ ਵੈਂਡੀ ਮੈਹਟ ਵੱਲੋਂ ਮੇਪਲ ਰਿਜ ਦੇ ਦਫ਼ਤਰ ਦੇ ਵਿੱਚ ਸਿੱਖ ਨੌਜਵਾਨਾਂ ਦਾ ਬਹਾਦਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ। Richmond Resource Team, we would like to honor these 5 young men standing here today who on October the 11th worked collaboratively to save 2 men in their 20s who were stranded in the lower falls at Golden Ear Park. ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਡਿੱਗੇ ਹਾਈਕਰ ਦੀ ਜਾਨ ਬਚਾਉਣ ਲਈ ਬੀਤੇ ਕੁਝ ਦਿਨਾਂ ਦੌਰਾਨ 5 ਸਿੱਖ ਨੌਜਵਾਨਾਂ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਸੀ। ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ਦੇ ਵਿੱਚ ਇੱਕ ਹਾਈਕਰ ਝਰਨੇ ਦੇ ਨੇੜਿਓਂ ਲੰਘ ਰਿਹਾ ਸੀ। ਇਸੇ ਦੌਰਾਨ ਉਹਨਾਂ ਦਾ ਚੱਟਾਨ ਤੋਂ ਪੈਰ ਤੇ ਲੱਗ ਗਿਆ ਤੇ ਉਹ ਅਜਿਹੇ ਸਥਾਨ ਉੱਤੇ ਜਾ ਅਟਕ ਗਿਆ ਜਿੱਥੇ ਬਾਹਰੋਂ ਨਿਕਲਣਾ ਮੁਸ਼ਕਿਲ ਸੀ। ਇਸੇ ਦੌਰਾਨ ਉੱਥੋਂ ਲੰਘ ਰਹੇ 5 ਸਿੱਖ ਨੌਜਵਾਨਾਂ ਦੀ ਨਜ਼ਰ ਉਸ ਉੱਤੇ ਪਈ ਤੇ ਇਹਨਾਂ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਤੇ ਹੋਰ ਕੱਪੜਿਆਂ ਦੀ ਮਦਦ ਨਾਲ ਲੰਬੀ ਰੱਸੀ ਬਣਾ ਕੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਵੀ ਹੋ ਰਹੀ ਸੀ, ਜਿਸ ਦੇ ਵਿੱਚ ਇਹ ਨੌਜਵਾਨ ਇਸ ਵਿਅਕਤੀ ਨੂੰ ਬਾਹਰ ਕੱਢਣ ਦੇ ਵਿੱਚ ਪੂਰੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਘਟਨਾ ਬੀਤੇ ਹਫ਼ਤੇ ਵਾਪਰੀ ਸੀ। ਜਦੋਂ ਤੱਕ ਰਿਜ ਮੀਡੋ ਸਰਚ ਐਂਡ ਰੈਸਕਿਊ ਟੀਮ ਪਹੁੰਚੀ, ਉਦੋਂ ਤੱਕ ਸਿੱਖ ਨੌਜਵਾਨਾਂ ਨੇ ਇਸ ਵਿਅਕਤੀ ਨੂੰ ਬਾਹਰ ਕੱਢ ਲਿਆ ਸੀ। ਰਿਜ ਮੀਡੋਜ਼ ਸਰਚ ਐਂਡ ਰੈਸਕਿਊ ਦੇ ਮੈਨੇਜਰ ਰਿਚਰਡ ਲੈਂਗ ਨੇ ਕਿਹਾ ਕਿ ਸਿੱਖ ਨੌਜਵਾਨਾਂ ਦੀ ਇਸ ਕੰਮ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਜੇਕਰ ਉਹ ਉਸ ਸਮੇਂ ਤੇ ਨਾ ਪਹੁੰਚਦੇ ਤਾਂ ਕੁਝ ਵੀ ਹੋ ਸਕਦਾ ਸੀ। We were quite happy. It meant that nobody was in trouble anymore, and you know the situation had resolved itself. So that's always good to know that you know things turned out for the good. We generally see probably 6 to 12 rescues out of there a year between Ridge Meadow Search and Rescue and the Maple Ridge Fire Department. Just be aware that the water levels can change, especially with high amounts of rain. And if you're close to the water's edge, you always have a danger of falling in. The force of the water is greater than some people anticipate, and it doesn't take much water to sweep you away. And just stay back from the water's edge, especially when the water levels are high. ਬ੍ਰੈਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਨਗਰ ਕੀਰਤਨ ਵੀ ਕੱਢਿਆ ਗਿਆ। ਤੋਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਤਾਹੀ ਤੋਰ ਕੀ ਬਾਣੀ ਬ੍ਰੈਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਵਸ ਮਨਾਉਂਦੇ ਹੋਏ ਨਗਰ ਕੀਰਤਨ ਕੱਢਿਆ ਗਿਆ।
ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਨੇ ਸਕੂਲ ਦੀ ਬਿਲਡਿੰਗ ਦੇ ਆਲੇ-ਦੁਆਲੇ ਨਗਰ ਕੀਰਤਨ ਦੇ ਵਿੱਚ ਭਾਗ ਲਿਆ ਤੇ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਅਤੇ ਛਤਰ ਦੀ ਸੇਵਾ ਵਿਦਿਆਰਥੀਆਂ ਵੱਲੋਂ ਹੀ ਨਿਭਾਈ ਗਈ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿੱਚ ਗੁਰਗੱਦੀ ਦਿਵਸ ਆਫ ਗੁਰੂ ਗ੍ਰੰਥ ਸਾਹਿਬ ਜੀ ਬੜੇ ਹੀ ਪਿਆਰ ਆਦਰ ਤੇ ਸਤਿਕਾਰ ਦੇ ਨਾਲ ਸਾਰੇ ਸਕੂਲ ਨੇ ਰਲ ਮਿਲ ਕੇ ਮਨਾਇਆ ਹੈ, ਜਿਸ ਵਿੱਚ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਬਦ ਪੜ੍ਹ ਕੇ ਬਾਣੀ ਪੜ੍ਹ ਕੇ ਬਲੈਸਿੰਗਸ ਲਈਆਂ ਤੇ ਮਿਸਟਰ ਗਰੇਵਾਲ ਨੇ ਬੱਚਿਆਂ ਨੂੰ ਐਡਰੈਸ ਕਰਦੇ ਹੋਏ ਦੱਸਿਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸ਼ਬਦ ਗੁਰੂ ਨੇ ਤੇ ਸਾਨੂੰ ਹਰ ਵੇਲੇ ਬਾਣੀ ਪੜ੍ਹਦਿਆਂ ਹੋਇਆਂ ਸਿੱਖਦਿਆਂ ਹੋਇਆਂ ਉਸ ਤੋਂ ਸੇਧ ਲੈ ਕੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਉਹਨੂੰ ਇੰਪਲੀਮੈਂਟ ਕਰਕੇ ਇੱਕ ਚੰਗੇ ਇਨਸਾਨ ਕਿਵੇਂ ਬਣਨਾ ਹੈ, ਇੱਕ ਚੰਗੇ ਸਿੱਖ ਕਿਵੇਂ ਬਣਨਾ ਹੈ ਤੇ ਦੁਨੀਆ ਦੇ ਵਿੱਚ ਚੰਗੇ ਆਚਰਣ ਦੇ ਨਾਲ ਸਦਾਚਾਰ ਦੇ ਨਾਲ ਕਿਵੇਂ ਵਿਚਰਨਾ ਹੈ, ਜੋ ਕਿ ਸਾਡੇ ਸਕੂਲ ਦੇ ਲੋਗੋ ਦੇ ਵਿੱਚ ਵੀ ਸੇਵਾ ਸਿਮਰਨ ਤੇ ਸਦਾਚਾਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪ੍ਰੇਰਿਤ ਹੁੰਦਿਆਂ ਹੋਇਆਂ ਇਹ ਲੋਗੋ ਜਿਹੜਾ ਬਣਾਇਆ ਗਿਆ। ਸੋ ਅਸੀਂ ਅਰਦਾਸ ਕਰਦੇ ਹਾਂ ਅੱਜ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਣੀ ਦਾ ਪ੍ਰਕਾਸ਼ ਰੋਜ਼ ਸਾਡੀ ਅਸੈਂਬਲੀ ਦੇ ਵਿੱਚ ਹੁੰਦਾ। ਸੋ ਇਵੇਂ ਹੀ ਗੁਰੂ ਸਾਹਿਬ ਸਾਡੇ ਬੱਚਿਆਂ ਨੂੰ ਸਕੂਲ ਦੇ ਉੱਪਰ ਸਾਰੇ ਸੰਸਾਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਜਲਦੀ ਹੀ ਅਸੀਂ ਸਾਰੇ ਵੀ ਇਸ ਕੋਵਿਡ-19 ਪੈਂਡੇਮਿਕ ਚੋਂ ਵੀ ਬਾਹਰ ਆਈਏ ਤੇ ਫਿਰ ਰਲ ਮਿਲ ਕੇ ਐਵੇਂ ਜੇ ਕੰਗਰੀਗੇਸ਼ਨਸ ਜਿਹੜੇ ਆ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਨਗਰ ਕੀਰਤਨ ਹੈ, ਮਿੰਨੀ ਨਗਰ ਕੀਰਤਨ ਜਿਹੜਾ ਸਕੂਲ ਦੇ ਵਿੱਚ ਹੈ, ਬਹੁਤ ਹੀ ਸਫਲ ਰਿਹਾ। ਇਸ ਦੇ ਨਾਲ ਹੀ ਸਾਰੀਆਂ ਕਲਾਸਾਂ ਦੇ ਵਿੱਚ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ। ਹੈਲਥ ਪ੍ਰੋਬਲਮਸ ਕਰਕੇ ਜਿਹੜੇ ਬੱਚੇ ਆਨਲਾਈਨ ਨੇ ਉਹ ਵੀ ਘਰਾਂ ਦੇ ਵਿੱਚ ਮਾਰਨਿੰਗ ਅਸੈਂਬਲੀ ਅਟੈਂਡ ਕਰਦੇ ਆ ਤੇ ਬੱਚੇ ਆਪ ਹੀ ਮਾਰਨਿੰਗ ਦੇ ਵਿੱਚ ਕੀਰਤਨ ਕਰਦੇ ਆ, ਅਰਦਾਸ ਕਰਦੇ ਆ ਤੇ ਹੁਕਮਨਾਮਾ ਕਰਦੇ ਆ। ਇਹਦੇ ਨਾਲ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਗ੍ਰੇਡ 4 ਤੋਂ ਆਨਵਰਡ ਸਾਰੇ ਹੀ ਬੱਚਿਆਂ ਨੂੰ ਮੂੰਹ ਜ਼ਬਾਨੀ ਅਰਦਾਸ ਕਰਨੀ ਸਿਖਾਈਏ ਤੇ ਹੁਕਮਨਾਮਾ ਸਾਹਿਬ ਲੈਣਾ ਜਿਹੜਾ ਉਹ ਸਿਖਾਈਏ। JK ਤੋਂ ਲੈ ਕੇ ਗ੍ਰੇਡ 8 ਤੱਕ ਬੱਚੇ ਗੁਰਬਾਣੀ ਕੰਠ ਵੀ ਕਰਦੇ ਨੇ, ਗੁਰਬਾਣੀ ਪੜ੍ਹਦੇ ਵੀ ਨੇ, ਗੁਰੂ ਸਾਹਿਬ ਦੀਆਂ ਟੀਚਿੰਗਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਕਾਂ ਲੈ ਕੇ ਉਹਨਾਂ ਨੂੰ ਟੀਚਿੰਗਸ ਨੂੰ ਪੜ੍ਹਦੇ ਨੇ, ਫਿਰ ਉਹਨਾਂ ਦੇ ਅਰਥ ਜਿਹੜੇ ਆ ਉਹ ਸਮਝ ਕੇ ਉਹਨਾਂ ਦੀ ਰਿਫਲੈਕਸ਼ਨਸ ਲਿਖ ਕੇ ਲੈ ਕੇ ਆਉਂਦੇ ਆ ਤੇ ਆਪਣੀ ਡੇਲੀ ਲਾਈਫ ਦੇ ਵਿੱਚ ਜਿਹੜੀ ਆ ਉਹ ਅਪਲਾਈ ਕਰਦੇ ਨੇ। ਇਹਦੇ ਨਾਲ ਹੀ ਸਾਰਾ ਹੀ ਸਾਲ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਅਸੀਂ ਸਾਰੇ ਸਿੱਖ ਇਤਿਹਾਸਕ ਜਿਹੜੇ ਗੁਰੂਆਂ ਦੇ ਗੁਰਪੁਰਬ ਸ਼ਹੀਦੀ ਪੁਰਬ ਸਾਰੇ ਦਿਨ ਜਿਹੜੇ ਆ ਉਹ ਸਾਰਾ ਸਕੂਲ ਜਿਹੜਾ ਉਹ ਰਲ ਮਿਲ ਕੇ ਮਨਾਉਂਦੇ ਆ ਤੇ ਇਹਦੇ ਨਾਲ ਬੱਚਿਆਂ ਨੂੰ ਸਾਰਿਆਂ ਨੂੰ ਆਪਣੇ ਸਿੱਖ ਵਿਰਸੇ ਬਾਰੇ ਜਿਹੜੀ ਆ ਉਹ ਜਾਣਕਾਰੀ ਮਿਲਦੀ ਆ। ਜਿਵੇਂ ਕਿ ਆਪਾਂ ਨਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਬੱਚਿਆਂ ਨੂੰ ਦੂਸਰੀ ਪੜ੍ਹਾਈ ਦੇ ਨਾਲ ਨਾਲ ਮੋਰਲ ਐਜੂਕੇਸ਼ਨ ਵੀ ਦਈਏ। ਇਹਦੇ ਨਾਲ ਬੱਚੇ ਜਿਹੜੇ ਆ ਉਹ ਆਪਣੀਆਂ ਜਿਹੜੀਆਂ ਦੂਸਰੀ ਪੜ੍ਹਾਈ ਦੇ ਨਾਲ ਨਾਲ ਚੰਗੀਆਂ ਆਦਤਾਂ ਗੁਰਬਾਣੀ ਪੜ੍ਹਨਾ ਗੁਰਬਾਣੀ ਕੰਠ ਕਰਨਾ ਵੀ ਜਿਹੜੀਆਂ ਉਹ ਸਿੱਖਦੇ ਨੇ। ਜ਼ਿਕਰਯੋਗ ਹੈ ਕਿ ਖਾਲਸਾ ਕਮਿਊਨਿਟੀ ਸਕੂਲ ਵਿਖੇ ਛੋਟੀ ਉਮਰ ਦੇ ਵਿੱਚ ਹੀ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜੋੜਿਆ ਜਾਂਦਾ ਹੈ। ਹਰ ਰੋਜ਼ ਸਕੂਲ ਦੀ ਸ਼ੁਰੂਆਤ ਮਾਰਨਿੰਗ ਅਸੈਂਬਲੀ ਦੇ ਵਿੱਚ ਸ਼ਬਦ ਕੀਰਤਨ, ਅਰਦਾਸ ਤੇ ਹੁਕਮਨਾਮਾ ਲੈਣ ਉਪਰੰਤ ਕੀਤੀ ਜਾਂਦੀ ਹੈ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ। ਬ੍ਰੈਂਪਟਨ ਦੇ ਸਵਰੀਤਾ ਕਲਚਰਲ ਫੋਰਮ ਵੱਲੋਂ ਮਿਸਿਸਾਗਾ ਰੈਨੇਸੈਂਸ ਕ੍ਰੀਕ ਬੈਂਕਟ ਹਾਲ ਦੇ ਵਿੱਚ ਨਵਰਾਤਰੀ ਸੈਲੀਬ੍ਰੇਟ ਕੀਤੀ ਗਈ। ਇਸ ਦੌਰਾਨ 2 ਦਿਨਾਂ ਦੀ ਗਰਬਾ ਨਾਈਟ ਵੀ ਰੱਖੀ ਗਈ ਸੀ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਗਰਬਾ ਇੰਜੋਏ ਕੀਤਾ।
ਸੋ NRI ਵਰਲਡ ਵਿੱਚ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼। ਫਿਲਹਾਲ ਮੈਨੂੰ ਦਿਓ ਇਜਾਜ਼ਤ, ਮਿਲਾਂਗੇ ਅਗਲੇ ਹਫਤੇ ਤੇ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।